Hello everyone, welcome back to Suksham ma'am ki classes. I hope you all are doing great and preparing well for your term second examination. ਅੱਜ ਦੀ ਵੀਡੀਓ ਮੇਰੀ ਕਲਾਸ 9th ਦੇ ਬੱਚਿਆਂ ਲਈ ਹੈ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਇਹ ਹੈ ਸੈਂਪਲ ਪੇਪਰ ਆਫ ਸੈਕੰਡ ਟਰਮ ਸੈਸ਼ਨ 21-22 and subject is English. Marks ਹੈ 40, section A ਹੈ reading skill. ਮੈਂ ਤੁਹਾਡੇ ਨਾਲ ਇਸ ਪੂਰੇ ਸੈਂਪਲ ਪੇਪਰ ਨੂੰ ਸੋਲਵ ਕਰਾਂਗੀ। ਟੇਕ ਆਊਟ ਯੋਰ ਨੋਟਬੁੱਕਸ ਸੋ ਦੈਟ ਤੁਸੀਂ ਸਾਰੇ ਆਨਸਰਸ ਨੋਟ ਕਰ ਸਕੋ ਬਿਕੋਜ਼ ਆਈ ਵਿਲ ਡਿਕਟੇਟ them to you। ਠੀਕ ਹੈ, ਮੈਂ ਲਿਖ ਨਹੀਂ ਰਹੀ ਹਾਂ, ਮੈਂ ਬੋਲਾਂਗੀ, ਤੁਸੀਂ ਲਿਖੋਗੇ। ਸੋ ਲੈਟਸ ਸਟਾਰਟ। ਪਹਿਲੇ ਅਸੀਂ ਪੈਸੇਜ ਰੀਡ ਕਰਦੇ ਹਾਂ। ਰੀਡ ਦ ਫੋਲੋਇੰਗ ਪੈਸੇਜ ਕੇਅਰਫੁਲੀ ਐਂਡ ਆਨਸਰ ਦ ਫੋਲੋਇੰਗ ਕੁਐਸਚਨ। ਇਹ ਜੋ ਤੁਹਾਡਾ ਫਸਟ ਕੁਐਸਚਨ ਹੈ 5 ਮਾਰਕਸ ਦਾ ਹੈ, ਮਤਲਬ ਹੈ ਪੈਸੇਜ ਰੀਡਿੰਗ ਤੋਂ ਉਹਦੇ ਕੁਐਸਚਨਸ ਜੋ ਹੋਣਗੇ ਉਹ ਤੁਹਾਨੂੰ 5 ਮਾਰਕਸ ਦੇਣਗੇ ਜੇ ਤੁਸੀਂ ਸਾਰੇ ਕਰੈਕਟ ਆਨਸਰ ਕਰਦੇ ਹੋ। ਪਹਿਲੇ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦੀ ਹਾਂ ਪੰਜਾਬੀ ਦੇ ਵਿੱਚ ਕੀ ਲਿਖਿਆ ਕੀ ਹੋਇਆ ਹੈ। ਲੈਟਸ ਸਟਾਰਟ। Nepal lies between India and Tibet among the Himalayan mountains। ਹੁਣ ਜੋ ਨੇਪਾਲ ਹੈ ਤੁਹਾਨੂੰ ਪਤਾ ਹੀ ਹੈ ਨੇਪਾਲ ਇੱਕ ਦੇਸ਼ ਹੈ, ਉਹ ਕਿੱਥੇ ਹੈ? ਉਹ ਇੰਡੀਆ ਤੇ ਤਿੱਬਤ ਦੇ ਵਿਚਕਾਰ ਹੈ ਤੇ ਉੱਥੇ ਕੀ ਹੈਗਾ ਹੈ? ਉੱਥੇ ਹਿਮਾਲਯਨ ਮਾਊਂਟੇਨਸ ਹੈ। The tallest mountain in the world, Mount Everest, is in Nepal and there are several mountains nearly as high। ਦੁਨੀਆ ਦੀ ਸਭ ਤੋਂ ਟਾਲੈਸਟ ਜੋ ਮਾਊਂਟੇਨ ਹੈ ਜਿਹਦਾ ਨਾਮ ਹੈ ਮਾਊਂਟ ਐਵਰੈਸਟ, ਉਹ ਨੇਪਾਲ 'ਚ ਹੈ ਤੇ ਉਹਦੇ ਨਾਲ ਹੋਰ ਵੀ ਕਈ ਹਾਈ ਮਤਲਬ ਕਿ ਟਾਲ ਮਾਊਂਟੇਨਸ ਉੱਥੇ ਹੈਗੀਆਂ ਨੇ। When mountaineers try to climb Mount Everest, they take help of the Sherpas, the strong and hardy people who live in these mountains, to carry heavy loads and to act as guides। ਹੁਣ ਜਿੰਨੇ ਵੀ ਮਾਊਂਟੇਨੀਅਰਸ ਹੁੰਦੇ ਨੇ ਜੋ ਮਾਊਂਟੇਨ ਕਲਾਈਮ ਕਰਨ ਦਾ ਸ਼ੌਂਕ ਰੱਖਦੇ ਨੇ, ਜਦੋਂ ਵੀ ਉਹ ਮਾਊਂਟ ਐਵਰੈਸਟ ਨੂੰ ਕਲਾਈਮ ਕਰਦੇ ਨੇ ਉਹ ਕਿਹਦੀ ਮਦਦ ਲੈਂਦੇ ਨੇ? ਉਹ ਮਦਦ ਲੈਂਦੇ ਨੇ ਸ਼ੇਰਪਾਸ ਜੀ, ਜੋ ਬੜੇ ਹੀ ਸਟਰੋਂਗ ਤੇ ਹਾਰਡੀ ਲੋਕ ਹੁੰਦੇ ਨੇ ਜੋ ਉਨੀ ਮਾਊਂਟੇਨਸ ਦੇ ਵਿੱਚ ਰਹਿੰਦੇ ਨੇ। ਉਹ ਕੀ ਕਰਦੇ ਨੇ? ਇਹਨਾਂ ਦੀ ਹੈਲਪ ਕਰਦੇ ਨੇ, ਇਹਨਾਂ ਦਾ ਹੈਵੀ ਜੋ ਉਹਨਾਂ ਦਾ ਸਮਾਨ ਹੁੰਦਾ ਹੈ ਉਹ ਉਠਾਉਂਦੇ ਨੇ ਤੇ ਇਹਨਾਂ ਨੂੰ ਐਜ਼ ਅ ਗਾਈਡ ਉਹਨਾਂ ਦੀ ਹੈਲਪ ਕਰਦੇ ਨੇ ਮਾਊਂਟੇਨਸ ਚੜ੍ਹਨ 'ਚ। A long time ago, the Sherpas crossed over the mountains from Tibet and made their homes along the southern slopes of the Himalayas in Nepal। ਬਹੁਤ ਸਮਾਂ ਪਹਿਲੇ ਜੋ ਸ਼ੇਰਪਾਸ ਸੀਗੇ ਉਹ ਇਹਨਾਂ ਮਾਊਂਟੇਨਸ ਦੇ ਕੋਲ ਆਏ ਸੀ, ਕਿੱਥੋਂ? ਤਿੱਬਤ ਤੋਂ, ਤੇ ਉਹਨਾਂ ਨੇ ਆਪਣੇ ਘਰ ਸਰਦਨ ਸਲੋਪਸ ਦੇ ਵਿੱਚ ਬਣਾ ਲਏ ਹਿਮਾਲਿਆਸ ਦੇ ਜੋ ਨੇਪਾਲ 'ਚ ਹੈ। Some Sherpa families have 3 houses, one house in the lower hill, one a little higher and one further up। ਹੁਣ ਕੁਝ ਸ਼ੇਰਪਾ ਫੈਮਲੀਜ਼ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਤਿੰਨ ਘਰ ਨੇ, ਮਤਲਬ ਕਿ ਇੱਕ ਉਹ ਲੋਅਰ ਹਿਲ 'ਚ ਘਰ ਬਣਾਇਆ ਹੁੰਦਾ ਹੈ, ਇੱਕ ਥੋੜਾ ਉਤੋਂ ਉੱਪਰ ਤੇ ਇੱਕ ਉਤੋਂ ਵੀ ਉੱਪਰ, ਅਲੱਗ ਰੀਜਨਸ 'ਚ ਉਹਨਾਂ ਨੇ 3 ਘਰ ਆਪਣੇ ਬਣਾਏ ਹੋਏ ਨੇ। The houses are in small village group of about 40 or 50। ਇਹ ਜੋ ਘਰ ਹੁੰਦੇ ਨੇ ਇਹ ਛੋਟੇ ਇੱਕ ਵਿਲੇਜ ਗਰੁੱਪ ਦੇ ਮਤਲਬ ਕਿ ਸਮਾਨ ਬਣੇ ਹੋਏ ਨੇ ਜਿਹਦੇ ਵਿੱਚ 40 ਤੋਂ ਲੈ ਕੇ 50 ਘਰ ਹੁੰਦੇ ਨੇ। Around each group of houses there are cultivated fields usually built in a shape of terraces right up the hillsides। ਹੁਣ ਜਿੱਥੇ ਵੀ ਇਹ ਘਰ ਹੁੰਦੇ ਨੇ ਉਹਦੇ ਆਲੇ ਦੁਆਲੇ ਕੀ ਹੁੰਦਾ ਹੈ? ਇੱਕ ਕਲਟੀਵੇਟਿਡ ਫੀਲਡਸ ਹੁੰਦੀਆਂ ਨੇ ਜਿਨ੍ਹਾਂ ਦੀ ਸ਼ੇਪ ਟੈਰਿਸ ਵਰਗੀ ਹੁੰਦੀ ਹੈ ਜੋ ਹਿਲਸਾਈਡਸ ਤੇ ਅਪਵਰਡ ਨੂੰ ਬਣੀ ਹੁੰਦੀ ਹੈ। In the highest field the Sherpas grow potatoes। ਸਭ ਤੋਂ ਉੱਚੀ ਜਿਹੜੀ ਫੀਲਡ ਹੁੰਦੀ ਹੈ ਉਹਦੇ ਵਿੱਚ ਜੋ ਸ਼ੇਰਪਾਸ ਨੇ ਉਹ ਆਲੂ ਉਗਾਉਂਦੇ ਨੇ। In the lower fields they grow barley and turnip, garlic and other vegetables in the lower ones। ਠੀਕ ਹੈ, ਤੇ ਲੋਅਰ ਵਿੱਚ ਉਹ ਬਾਰਲੇ, ਟਰਨਿਪ, ਗਾਰਲਿਕ ਤੇ ਹੋਰ ਜੋ ਸਬਜ਼ੀਆਂ ਹੁੰਦੀਆਂ ਨੇ ਉਹ ਲੋਅਰ 'ਚ ਉਗਾਉਂਦੇ ਨੇ। They also graze their yaks on the higher mountain slopes in the summer and on the lower slopes in the winters। ਹੁਣ ਉਹਨਾਂ ਕੋਲ ਜੋ ਜਾਨਵਰ ਹੁੰਦੇ ਨੇ ਉਹਨਾਂ ਦਾ ਨਾਮ ਹੁੰਦਾ ਹੈ ਯਾਕ। ਆਪਣੇ ਯਾਕ ਨੂੰ ਉਹ ਸਰਦੀਆਂ ਦੇ ਵਿੱਚ ਥੱਲੇ ਵਾਲੇ ਸਲੋਪਸ 'ਚ ਚਰਾਉਂਦੇ ਨੇ ਤੇ ਗਰਮੀਆਂ ਦੇ ਵਿੱਚ ਉਹ ਉੱਪਰ ਵਾਲੇ ਮਾਊਂਟੇਨ ਸਲੋਪਸ 'ਚ ਉਹਨਾਂ ਨੂੰ ਚਰਾਉਂਦੇ ਨੇ। Yaks are very hardy large cattle with thick hairy blackish brown coats and long horns। ਹੁਣ ਉਹਨਾਂ ਨੇ ਯਾਕ ਨੂੰ ਡਿਸਕ੍ਰਾਈਬ ਕੀਤਾ ਹੈ ਕਿ ਯਾਕ ਕਿਸ ਤਰ੍ਹਾਂ ਦਾ ਜਾਨਵਰ ਹੁੰਦਾ ਹੈ। ਉਹ ਬਹੁਤ ਹੀ ਹਾਰਡ ਲਾਰਜ ਵੱਡਾ ਕੈਟਲ ਹੈ ਜਿਹਦੇ ਬਹੁਤ ਹੀ ਥਿਕ ਹੇਰੀ ਮਤਲਬ ਕਿ ਬਹੁਤ ਵਾਲ ਹੁੰਦੇ ਨੇ ਤੇ ਬਲੈਕਿਸ਼ ਬਰਾਊਨ ਉਹਨਾਂ ਦਾ ਕੋਟ ਹੁੰਦਾ ਹੈ, ਮਤਲਬ ਖਾਲ ਹੁੰਦੀ ਹੈ ਤੇ ਲੰਬੇ ਲੰਬੇ ਉਹਨਾਂ ਦੇ ਹੌਰਨਸ ਹੁੰਦੇ ਨੇ, ਸਿੰਗ ਹੁੰਦੇ ਨੇ। The Sherpas use them
for almost everything they need. The Sherpas ਇਹਨਾਂ ਨੂੰ ਹਰ ਚੀਜ਼ ਲਈ use ਕਰਦੇ ਨੇ, ਕਿਨਾਂ ਨੂੰ, yaks ਨੂੰ. They ride on them, ਉਹਨਾਂ ਉੱਪਰੋਂ ride ਕਰਦੇ ਨੇ. Plow with them, ਆਪਣੀ fields ਨੂੰ plow ਕਰਦੇ ਨੇ. And use them to carry their goods, ਉਹਨਾਂ ਨੂੰ ਆਪਣੇ goods ਨੂੰ carry ਕਰਨ ਲਈ ਵੀ ਉਹ use ਕਰਦੇ ਨੇ. The hairy wool of these animals is made into cloth and their skin into leather boots and tents. ਜੋ ਉਹਨਾਂ ਦੇ ਹੁੰਦੇ ਨੇ ਤੁਹਾਡਾ ਜੋ ਖਾਲ ਹੈ ਇਹਨਾਂ ਦੇ ਮਤਲਬ ਕਿ ਜੋ ਹੇਰੀ ਵੂਲ ਹੈ, ਜੋ ਵਾਲਾ ਵਾਲਾ ਪੋਰਸ਼ਨ ਹੈ, ਉਹ ਕੱਪੜਾ ਬਣਾ ਲੈਂਦੇ ਆ ਗਰਮ. ਉਹ ਜੋ ਸਕਿਨ ਹੁੰਦੀ ਹੈ ਉਹਦੇ ਉਹ ਲੈਦਰ ਬੂਟਸ ਜਾਂ ਟੈਂਟਸ ਬਣਾ ਲੈਂਦੇ ਨੇ. The yak also provide milk, fat and meat. ਦੁੱਧ, ਇਹਨਾਂ ਦਾ ਮਾਸ ਇਹਨਾਂ ਨੂੰ ਅਸੀਂ ਕੰਜ਼ਿਊਮ ਕਰ ਸਕਦੇ ਹਾਂ. ਸ਼ੇਰਪਾਸ ਜੋ ਹੁੰਦੇ ਨੇ ਉਹ ਕੰਜ਼ਿਊਮ ਕਰਦੇ ਨੇ. Their dung is dried and used as fuel instead of food or coal. ਉਹਨਾਂ ਦਾ ਡੰਕ ਹੁੰਦਾ ਹੈ, ਜੋ ਉਹਨਾਂ ਦਾ ਵੇਸਟ ਪ੍ਰੋਡਕਟ ਮਤਲਬ ਸਟੂਲ ਜੋ ਕੱਢਦੇ ਨੇ, ਉਹਨਾਂ ਨੂੰ ਸੁਕਾ ਕੇ, ਜਿਵੇਂ ਤੁਸੀਂ ਵੇਖਿਆ ਹੋਗਾ ਕਾਊਸ ਦੀਆਂ ਪਾਥੀਆਂ ਬਣਦੀਆਂ ਨੇ, ਸੇਮ ਗੋਜ਼ ਇਹਨਾਂ ਦੇ ਵੀ ਜੋ ਡੰਕ ਹੁੰਦਾ ਹੈ ਉਹਦੀਆਂ ਪਾਥੀਆਂ ਬਣਾ ਕੇ ਉਹਨੂੰ ਐਜ਼ ਅ ਫਿਊਲ ਯੂਜ਼ ਕੀਤਾ ਜਾਂਦਾ ਹੈ. ਇੰਸਟੈਡ ਆਫ ਵੁੱਡ ਜਾਂ ਕੋਲ ਦੀ ਜਗ੍ਹਾ ਇਹਨਾਂ ਦੇ ਡੰਕ ਨੂੰ ਉਹ ਫਿਊਲ ਦੀ ਤਰ੍ਹਾਂ ਯੂਜ਼ ਕਰਦੇ ਨੇ. Now let's answer the questions. Where is Nepal situated? बहुत easy answer है. Nepal lies between India and Tibet among the Himalayan mountains. बस इतना का आंसर आएगा. लिख लो इन्हें फटाफट. Nepal lies between India and Tibet among the Himalayan mountains. Next is question number 2. What are Sherpas known for? इन्हें तुसी आंसर लिखोगे. Sherpas ਇੱਥੇ ਪਾ ਦੋਗੇ ਤੁਸੀਂ ARER ਤੁਸੀਂ ਲਿਖੋਗੇ. Sherpas are the strong and hardy people who live in these mountains. ਇੱਥੇ ਤੁਸੀਂ ਐਡ ਕਰੋਗੇ, ਰੁਕ ਜਾਓ, and they help mountaineers, ठीक है, they help mountaineers to carry heavy loads and to act as गाइड्स. इंज लिखोगे तुसी, ठीक है. माउंटेन्स तो बाद ए आएगा ते इस तो बाद तुसी लिखोगे टू कैरी हैवी लोड्स एंड टू एक्ट एज गाइड्स. आई होप आई एम क्लियर. नेक्स्ट इज वेयर डू द शेरपास हैव देयर हाउसेस. हुन शेरपास दे घर किथे किथे हुंदे ने, तो सिंपली इथे लिखोगे some Sherpa family have 3 houses, one house in the lower hills, one a little higher and one further up. ठीक है. Next, which things are not grown by Sherpas in the lower field? बहुत easy है. Potatoes, because potatoes वो upper field जो grow, high जो ऊपर होंगे ने, highest fields जो होंगे ने, वो जो grow करते ने. Fourth question is what sorts of field are cultivated by Sherpas? कि Sherpas किस तरह दियां fields ਨੂੰ cultivate करते ने, मतलब कि उन्हां दा pattern की होंदा है. So its answer आएगा usually built, let me highlight it, usually built in the shape of terraces right up the hill sides. ठीक है. उनका पैटर्न की होंदा है, फील्ड्स किस तरह ਦੀਆਂ ਹੁੰਦੀਆਂ ਨੇ ਉਹ ਪੁੱਛਿਆ ਗਿਆ ਹੈ. ਸੋ ਆਨਸਰ ਉਹਦਾ ਬਣੇਗਾ. ਸੈਕਸ਼ਨ B ਲਿਟਰੇਚਰ. ਸੈਕਸ਼ਨ B ਦੇ ਵਿੱਚ ਮੇਨ ਕੋਰਸ ਦੇ ਵਿੱਚੋਂ ਜੋ ਕੁਐਸਚਨਸ ਨੇ ਉਹ ਪੁੱਛੇ ਜਾ ਰਹੇ ਨੇ. ਆਨਸਰ ਐਨੀ 3 ਆਊਟ ਆਫ 5 ਫੋਲੋਇੰਗ ਕੁਐਸਚਨਸ. ਹੁਣ 5 questions ਪੁੱਛੇ ਗਏ ਨੇ ਜਿਨ੍ਹਾਂ ਵਿੱਚੋਂ ਤੁਸੀਂ 3 ਆਨਸਰ ਕਰਨੇ ਨੇ and each question carries 2 marks, that means 3 into 2 6 marks. So let's start. ਪਹਿਲਾ question ਹੈ why have the scientists declared moon unfit for human habitation? ਹੁਣ ਸਾਇੰਟਿਸਟ ਨੇ ਮੂਨ ਨੂੰ ਮਤਲਬ ਚੰਦਰਮਾ ਨੂੰ ਲੋਕਾਂ ਦੇ ਰਹਿਣ ਯੋਗ ਕਿਉਂ ਨਹੀਂ ਮੰਨਿਆ ਹੈ, ਕਿਉਂ ਉਹਨੂੰ ਅਨਫਿਟ ਕਰਾਰ ਕੀਤਾ ਗਿਆ ਹੈ ਸਾਇੰਟਿਸਟ ਦੁਆਰਾ. ਹੁਣ ਤੁਸੀਂ ਆਪਣਾ ਆਨਸਰ ਲਿਖੋ. And your answer is there is no air or water on the moon. I repeat it again. There is no air or water on the moon. There is no atmosphere. Cosmic, C-O-S-M-I-K. Cosmic dust keeps falling on it all the time. That is why scientists think it is unfit for man's living. There is no air or water on the moon. There is no atmosphere. Cosmic dust keeps falling on it all the time. That is why scientists think it unfit for man's life.
ਹੁਣ ਕਿਆ ਕੀ ਜਾ ਰਿਹਾ ਹੈ ਕਿ ਚੰद्रमा ਦੇ ਵਿੱਚ ਕੋਈ ਹਵਾ ਨਹੀਂ ਹੈ, ਕੋਈ ਪਾਣੀ ਨਹੀਂ ਹੈ, ਉੱਥੇ ਕੋਈ ਵਾਤਾਵਰਣ ਨਹੀਂ ਹੈ, ਹਰ ਸਮੇਂ ਉੱਥੇ ਅੰਤਰਿਕਸ਼ ਧੂਲ ਉੜਦੀ ਰਹਿੰਦੀ ਹੈ, ਜਿਸ ਕਾਰਨ ਵਿਗਿਆਨਿਕ ਲੋਕ ਸਮਝਦੇ ਨੇ ਕਿ ਇਹ ਮਨੁੱਖ ਦੇ ਰਹਿਣ ਲਾਇਕ ਨਹੀਂ ਹੈ। ਠੀਕ ਹੈ, ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਏਗਾ। ਤੁਸੀਂ ਇਹਨੂੰ ਕਾਪੀ ਤੇ ਨੋਟ ਡਾਊਨ ਕਰਨਾ ਹੈ। Your next question is, how is Udham Singh's name linked with Jallianwala Bagh? Udham Singh ਦਾ ਨਾਂ ਜਲਿਆਂਵਾਲਾ ਬਾਗ ਦੇ ਨਾਲ ਕਿਵੇਂ ਜੁੜਿਆ ਜਾਂਦਾ ਹੈ ਜਾਂ ਜੁੜਿਆ ਹੋਇਆ ਹੈ? And your answer is, ਮੈਂ 2 ਵਾਰ ਰਿਪੀਟ ਕਰਾਂਗੀ, ਧਿਆਨ ਨਾਲ ਸੁਣਨਾ ਤੇ ਲਿਖਣਾ। He was the man who took revenge for the killing of Jallianwala Bagh. He killed General O'Dwyer, who had ordered the firing and killed thousands of innocent men, women and children. I repeat it again. He was the man who took revenge for the killings of Jallianwala Bagh. He killed General O'Dwyer, who had ordered the firing and killed thousands of innocent men, women and children. This means कि ਜੋ ਉਦਮ ਸਿੰਘ ਸੀ ਉਹ ਆਦਮੀ ਸੀ ਜਿਨਨੇ ਜਲਿਆਂਵਾਲਾ ਬਾਗ ਦੇ ਹੱਤਿਆ ਦਾ ਮਤਲਬ ਬਦਲਾ ਲਿੱਤਾ ਸੀ। ਉਹਨੇ ਜਨਰਲ ਓਡਾਇਰ ਨੂੰ ਮਾਰਿਆ ਸੀ ਕਿਉਂਕਿ ਉਹਨੇ ਹੀ ਗੋਲੀ ਚਲਾਉਣ ਦਾ ਆਦੇਸ਼ ਦਿੱਤਾ ਸੀ, ਜਿਸ ਨਾਲ ਹਜ਼ਾਰਾਂ ਮਾਸੂਮ ਪੁਰਸ਼ਾਂ, ਜਨਾਨੀਆਂ ਤੇ ਬੱਚਿਆਂ ਦੀ ਜਾਨ ਗਈ ਸੀ। ਠੀਕ ਹੈ, I hope you have written your answer. Next is, who knew how to pierce through Chakravyuh? ਕਿਹਨੂੰ ਚੱਕਰਵਿਊਹ ਦਾ ਤੋੜ ਪਤਾ ਸੀ? Again, answer is only Arjun, Krishna, Abhimanyu and Pradyuman knew this. ठीक है, किनु किनु पता सी? Only Arjun, Krishna, Pradyuman and Abhimanyu knew this. मतलब केवल अर्जुन, कृष्ण, प्रद्युमन्यु ते अभिमन्यु ਨੂੰ ਕਿਤੇ ਪਤਾ ਸੀ ਇਸ ਚੱਕਰਵਿਊਹ ਨੂੰ ਤੋੜਨ ਦਾ ਰਸਤਾ ਪਤਾ ਸੀ ਜਾਂ ਉਹਨੂੰ ਪਤਾ ਸੀ ਕਿ ਇਹਨੂੰ ਕਿਵੇਂ ਤੋੜਿਆ ਜਾਂਦਾ ਹੈ। ਪ੍ਰਦਯੁਮਨ P-R-A-D-Y-U-M-N-A, Abhimanyu A-B-H-I-M-A-N-Y-U, अर्जुन कृष्ण ते easy है। ठीक है, next, what request did द्रोणाचार्य make? वैसे ते 3 ही लिखने ने पर ਅਸੀਂ 4 ਕਰ ਲਾਂਗੇ so that ਜੇ ਇੱਕ wrong ਵੀ ਹੁੰਦਾ ਹੈ ਤੁਹਾਨੂੰ ਦੂਜੇ ਦੇ ਮਾਰਕਸ ਮਿਲ ਜਾਂਦੇ ਨੇ। So द्रोणाचार्य ने की रिक्वेस्ट की थी सी? He requested Drona to make the plan of war in such a way that Yudhishthir could be arrested. ਉਹਨਾਂ ਨੇ द्रोना ਨੂੰ ਰਿਕੁਐਸਟ ਕੀਤੀ ਸੀ ਕਿ ਇਹੋ ਜਿਹਾ ਕੋਈ ਯੁੱਧ ਦਾ ਉਹ ਬਣਾਓ, ਕੀ ਕਹਿੰਦੋ, ਪਲਾਨ ਬਣਾਓ ਜਿਸ ਨਾਲ ਯੁਧਿਸ਼ਠਰ ਨੂੰ ਬੰਦੀ ਬਣਾਇਆ ਜਾ ਸਕੇ। He requested Drona to make the plan of war in such a way that Yudhishthir could be arrested. Okay. ਨੈਕਸਟ, ਸਪਲੀਮੈਂਟਰੀ ਰੀਡਰ ਵਿੱਚੋਂ 4 ਕੁਐਸਚਨਸ ਆਏ ਨੇ, ਇਹਨਾਂ ਵਿੱਚੋਂ ਤੁਸੀਂ ਕੋਈ ਵੀ 2 ਆਨਸਰ ਕਰਨੇ ਨੇ। ਵਿਲ ਟਰਾਈ ਟੂ ਆਨਸਰ ਇਟ ਆਲ ਬਿਕੋਜ਼ ਅਸੀਂ ਤੇ ਪ੍ਰਿਪਰੇਸ਼ਨ ਚੰਗੀ ਤਰ੍ਹਾਂ ਕਰਨੀ ਹੈ। ਸੋ ਲੈਟਸ ਸਟਾਰਟ ਵਿਦ ਯਰ ਫਰਸਟ ਕੁਐਸਚਨ which is, who did Lencho write for help? What did he write in the letter? ਹੁਣ ਪੁੱਛਿਆ ਜਾ ਰਿਹਾ ਹੈ ਕਿ ਲੈਂਚੋ ਨੇ ਕਿਹਨੂੰ ਹੈਲਪ ਲਈ ਲਿਖਿਆ ਤਾਂ ਉਹਨੇ ਪੱਤਰ ਵਿੱਚ ਕੀ ਲਿਖਿਆ? And your answer is, Lencho wrote to God for help. In his letter, he wrote, God, if you don't help me, my family and I will go hungry this year. I need 100 pesos in order to sow my field again. I repeat the answer again. Lencho wrote to God for help. कि लेंचो ने ईश्वर ਨੂੰ ਸਹਾਇਤਾ ਲਈ ਚਿੱਠੀ ਲਿਖੀ। In his letter, he wrote, ਉਹਨੇ ਆਪਣੇ ਪੱਤਰ 'ਚ ਲਿਖਿਆ, God, if you don't help me, ਕਿ ਈਸ਼ਵਰ ਜੇ ਤੂੰ ਮੇਰੀ ਸਹਾਇਤਾ ਨਹੀਂ ਕੀਤੀ, my family and I will go hungry this year. ਇਸ ਸਾਲ ਮੇਰਾ ਪਰਿਵਾਰ ਤੇ ਮੈਂ ਭੁੱਖੇ ਰਵਾਂਗੇ ਜਾਂ ਸਾਨੂੰ ਖਾਣ ਨੂੰ ਕੁਝ ਨਹੀਂ ਮਿਲੇਗਾ। I need 100 pesos in order to sow my field again. ਮੈਨੂੰ ਆਪਣੇ ਖੇਤ ਨੂੰ ਫਿਰ ਤੋਂ ਬੋਣ ਲਈ 100 ਪੈਸੋ ਦੀ ਜ਼ਰੂਰਤ ਹੈ। Next question, what did Jhansi feel about her illness? Jhansi ਨੂੰ ਆਪਣੇ illness ਬਾਰੇ ਕੀ feel ਹੁੰਦਾ ਹੈ ਜਾਂ ਉਹਨੂੰ ਕੀ ਲੱਗਿਆ? And your answer is, I hope ਤੁਸੀਂ ਨਾਲ ਨੋਟ ਕਰ ਰਹੇ ਹੋ ਆਨਸਰਸ ਨੂੰ। She thought she was not going to get well.
she thought she would die with the falling of the last EV leaf. I repeat it again. She thought she was not going to get well. उन्हें सोचा कि वो फिर तो ठीक नहीं होएगी, स्वस्थ नहीं होएगी. She thought she would die with the falling of the last EV leaf. उन्हें सोचा या वो समझदी सी कि जो ਤੁਹਾਡਾ ਬੇਲ ਦਾ ਜੋ ਅੰਤਿਮ ਪੱਤਾ ਹੈ ਉਹਦੇ ਡਿੱਗਣ ਦੇ ਨਾਲ ਉਹ ਮਰ ਜਾਏਗੀ. Next question is, what did the author find in the right pocket of the jacket? What happened after that? ਲੇਖਕ ਨੂੰ ਜੈਕਟ ਦੀ ਬਾਈ ਜੇਬ ਵਿੱਚ ਕੀ ਮਿਲਿਆ ਤੇ ਉਸ ਤੋਂ ਬਾਅਦ ਕੀ ਹੋਇਆ? And your answer is, he found there a 10,000 lira note. He thought the tailor might have put it there and forgotten about it. But then he put his hand into the pocket again. This time he found there another 10,000 lira note. He turned as pale as death. I'll repeat it again. He found there a 10,000 lira note. That means कि ਉਹਨੂੰ ਉੱਥੇ 10,000 ਲਾਇਰ ਦਾ ਇੱਕ ਨੋਟ ਮਿਲਿਆ. उसने सोचा, he thought the tailor might have put in there and forgotten about it. उसने सोचा कि दर्जी ने शायद ਉਹ ਉੱਥੇ ਰੱਖੇ ਸੀ ਤੇ ਉਹਦੇ ਬਾਰੇ ਉਹ ਭੁੱਲ ਗਿਆ. But then he put his hand into the pocket again. ਪਰ ਫਿਰ ਉਹਨੇ ਦੁਬਾਰਾ ਆਪਣਾ ਹੱਥ pocket ਵਿੱਚ ਪਾਇਆ, ਜੇਬ ਵਿੱਚ ਪਾਇਆ. This time he found there another 10,000 lira note. ਇਸ ਵਾਰ ਉਹਨੇ ਫਿਰ ਉਹਨੂੰ ਉਹਦੇ ਵਿੱਚੋਂ 10,000 ਲਾਇਰ ਦਾ ਇੱਕ ਨੋਟ ਮਿਲਿਆ. He turned as pale as death. ਉਹ ਮਤਲਬ ਕਿ ਬਿਲਕੁਲ ਹੀ ਪੀਲਾ ਪੈ ਗਿਆ, ਜਿਵੇਂ ਇੱਕ ਮਰਿਆ ਹੋਇਆ ਇਨਸਾਨ ਪੀਲਾ ਪੈ ਜਾਂਦਾ ਹੈ. I hope it's clear. And your last question is, why did the chancellor and the prime minister walk with a limp? कि जो ਤੁਹਾਡਾ ਰਾਜ ਪੁਰੋਹਿਤ ਸੀਗਾ ਤੇ ਪ੍ਰਧਾਨ ਮੰਤਰੀ ਸਨ, ਉਹ ਲੰਗੜਾ ਕੇ ਕਿਉਂ ਚੱਲ ਰਹੇ ਸਨ? And your answer is, they saw that the king had a limp. In order to please the king, they pretended that they too have a limp. I'll repeat it again. They saw that the king had a limp. ਉਹਨਾਂ ਨੇ ਵੇਖਿਆ ਕਿ ਰਾਜਾ ਲੰਗੜੀ ਚਾਲ ਚੱਲ ਰਿਹਾ ਸੀ. In order to please the king, ਰਾਜੇ ਨੂੰ ਖੁਸ਼ ਕਰਨ ਲਈ, they pretended that they too had a limp. ਉਹਨਾਂ ਨੇ ਨਾਟਕ ਕੀਤਾ ਕਿ ਉਹ ਵੀ, ਉਹਨਾਂ ਦੀ ਚਾਲ ਵੀ ਲੰਗੜੀ ਹੈ, ਮਤਲਬ ਕਿ ਉਹ ਵੀ ਲੰਗੜਾ ਕੇ ਚੱਲਦੇ ਹਨ. I hope it's clear now. Now let's move forward. Poetry ਤੇ ਅਸੀਂ ਆਵਾਂਗੇ. ਹੁਣ ਤੁਹਾਨੂੰ ਕੋਈ ਵੀ ਇੱਕ ਕਰਨਾ ਹੈ. Either you can write the central idea of the poem, the nightingale and the glowworm. ठीक है, या ਤੁਸੀਂ ਇਸ poem ਦਾ central idea ਲਿਖ ਲਓ. Or you can read the stanza and answer the following question. या stanza ਨੂੰ read ਕਰਕੇ ਉਹਦੇ ਤੁਸੀਂ questions ਨੂੰ answer ਕਰ ਲਓ. ਠੀਕ ਹੈ. Now it's totally your choice ਕਿ ਤੁਸੀਂ exam ਵਿੱਚ ਕੀ choose ਕਰਦੇ ਹੋ. ਜੇ ਤੁਸੀਂ central idea ਲਿਖਣਾ ਚਾਹੁੰਦੇ ਹੋ, ਤੁਸੀਂ ਉਹ ਵੀ ਲਿਖ ਸਕਦੇ ਹੋ. If you want to read the stanza and answer, that's also fine. If you take my advice, ਤੁਹਾਨੂੰ stanza ਵਾਲਾ ਕਰਨਾ ਚਾਹੀਦਾ ਹੈ, because answers ਉਹਦੇ ਵਿੱਚ ਹੀ ਹੁੰਦੇ ਨੇ ਤੇ ਬਹੁਤ easily ਤੁਸੀਂ ਉਹਨੂੰ without any mistakes ਕਰ ਸਕਦੇ ਹੋ. So let's first do this stanza. A nightingale that all day long had cheered the village with his song, nor yet at eve his note suspended, began to feel as well he might the keen demands of appetite. ठीक है. Now the first question is, name the poem and the poet. So the poem name is very easy, The Nightingale and the Glowworm, and the poet is William Cooper. Next, what did the nightingale do all day long? जो पूरा दिन की करती रहती है. The nightingale sang the whole day long. वो पूरा दिन गाना गाती रहती है. So I repeat it again. The nightingale sang the whole day long. Next, when did he stop singing? वो कदों गाना गाना बंद कर दिंदी है. He stopped singing when it is dark. वो उदों गाना गाना बंद कर दिंदा है जदों अंधेरा हो जाता है. He stopped singing when it is dark. Okay. Now let's move forward. And you have section C, vocabulary. Fill in the blanks using the correct word from the pair in the following sentences. ਹੁਣ ਤੁਹਾਨੂੰ ਇੱਥੇ ਦਿੱਤੇ ਗਏ ਨੇ.
ऑप्शंस ਤੁਸੀਂ राइट ऑप्शन टिक करना है। हैव यू डन इनफ टू विन टू इनफ डैश टू विन द मैच, कि ਤੁਸੀਂ ਚੰਗੀ ਤਰ੍ਹਾਂ ਤਿਆਰੀ ਪ੍ਰੈਕਟਿਸ ਕਰ ਲਈ ਹੈ। ਸੋ ਪ੍ਰੈਕਟਿਸ ਇੱਥੇ ਆਏਗਾ CE ਵਾਲਾ। ਸੋ have you done enough practice to win the match, and the dash of the buses may go up by 10% next month, कि ऊपर जा सकते ने अगले हफ्ते फेयर। सो FARE फेयर। Complete the sentence using the correct form of the word given in the bracket. He was asked to show his passport for ਇੱਥੇ ਆਏਗਾ verification। verification ठीक है। Next, section D, translation, grammar and composition. Translate any of the two following sentences into Hindi or Punjabi. Sentence ਦਿੱਤੇ ਗਏ ਨੇ, ਕੋਈ ਵੀ ਦੋ ਕਰਨੇ ਨੇ, ਹਿੰਦੀ ਜਾਂ ਪੰਜਾਬੀ ਵਿੱਚ ਤੁਸੀਂ ਇਹਨੂੰ translate ਕਰਨਾ ਹੈ। ਪੰਜਾਬੀ ਵਿੱਚ ਤੁਸੀਂ ਸਾਰੇ ਕਰ ਹੀ ਲੈਂਦੇ ਹੋ। Today I'll translate it in Hindi. Number 1, some scientists feel that moon can be made inhabitable for men. ਤੇ ਹਿੰਦੀ 'ਚ ਤੁਸੀਂ ਲਿਖੋਗੇ, कुछ वैज्ञानिक ऐसा महसूस करते हैं कि चांद को मनुष्य के लिए रहने योग्य बनाया जा सकता है। मैं फिर रिपीट कर रही हूँ, कुछ वैज्ञानिक ऐसा महसूस करते हैं कि चांद को मनुष्य के लिए रहने योग्य बनाया जा सकता है। नेक्स्ट इज thousands of men, women, children and old men died in the massacre. हिंदी में आप इसको लिखोगे, इस नरसंहार में हजारों की संख्या में पुरुष, स्त्रियां, बच्चे और बूढ़े मारे गए। मैं फिर रिपीट कर रही हूँ, इस नरसंहार में हजारों की संख्या में पुरुष, स्त्रियां, बच्चे और बूढ़े मारे गए। And last is Arjun fiercely attacked the Kauravas that day. अर्जुन ने उस दिन कौरवों पर भयंकर आक्रमण किया। मैं फिर से रिपीट कर रही हूँ, अर्जुन ने उस दिन कौरवों पर भयंकर आक्रमण किया। नेक्स्ट कम्स ट्रांसलेट एनी ऑफ द टू फॉलोइंग सेंटेंसेस इनटू इंग्लिश। इंग्लिश विच ट्रांसलेट करना है, बहुत इजी है। मौत दा कोई समा नहीं हुंदा, डेथ हैज नो टाइम। आई रिपीट इट अगेन, डेथ हैज नो टाइम। अंग्रेजी दे पहले नंबर ते कौन आया है सॉरी, who has come first in English, who has come first in English। and last is उसदी घड़ी बहुत कीमती है, his watch is very costly, his watch is very costly। do as directed। fill in the blanks with suitable modals from the brackets। do you think she dash apologize, कि तुम लगता है कि वो माफी मंगेगी, she will apologize। students dash to maintain discipline, students ਨੂੰ discipline maintain करना जरूरी है। so ought to ਦੇ ਨਾਲ ought ही आंदा है। fill in the blanks with suitable conjunction। though he is poor yet he is honest। चाहे वो पुअर है फिर भी वो ऑनेस्ट है। राम वुड हैव हेल्प्ड हिम इफ ही हैड इनफ मनी, राम ਉਹਦੀ ਮਦਦ ਜ਼ਰੂਰ ਕਰਦਾ ਜੇ ਉਹਦੇ ਕੋਲ ਪੈਸੇ ਹੁੰਦੇ। fill in the blanks with suitable non-finite verbs from the brackets। I am looking forward to read that book। read the read ही रहेगा because to लगा होया है। change the following sentences into indirect speech। my sister said to me I will visit my friend next week। my sister told me that she will visit her friend the coming week। ठीक है, की लिखोगे, my sister told me that she will visit her friend the coming week। next week ਨੂੰ coming week ਕਿਹਾ ਜਾਂਦਾ ਹੈ। so I repeat it again, my sister told me that she will visit her friend the coming week। the man said I do not know what to do now। the man said that he did not know what to do then। ठीक है, past form हो जाएगा, उदो की करना से उन्होंने नहीं पता सी। so the man said he did not know what to do
then. Now next come read the passage given below and make notes. Passage to read करना है, the notes बनाने ने. So I have done it already. Here you can see it's written. You need to write it down. Hundreds of animals and birds have been disappearing from the planet. Total species of animal destroyed by a man. Number 1, 345, out of which 133 and 36 species of mammals in mid 18th century, 212 in last 2 century, 40 in the 20th century. As regards to birds, 10 species before 18th, 20 in 18th, same number in the first half of 19th. Total 100 species of birds have been extinct till now. Reasons: shrinking of plains and forest, man's encroachment in wild untouched areas, and last is water and air pollution. ठीक है. Next comes letter. Write a letter to Hilton Store, R.A. Kidwai Road, Kolkata 700016, complaining about the wristwatch purchased from the shop a month ago. So here is it. पहले तुसी अपना residence लिखोगे, date, store the address, and you will start with Sir, Madam. On 30th November 21, I bought a wristwatch. Through the medium of this letter, I would like to draw your attention towards a problem I am facing while using your product. कि मैं 30 ਨਵੰਬਰ ਨੂੰ ਤੁਹਾਡੇ ਕੋਲੋਂ ਇੱਕ ਰਿਸਟਵਾਚ ਖਰੀਦੀ ਸੀ. ਇਸ ਲੈਟਰ ਦੇ ਮਾਧਿਅਮ ਤੋਂ ਤੁਹਾਡੀ ਮੈਂ ਅਟੈਂਸ਼ਨ ਉਸ ਚੀਜ਼ਾਂ ਵੱਲ, ਉਸ ਪ੍ਰੋਬਲਮ ਵੱਲ ਦਿਲਾਉਣਾ ਚਾਹੁੰਦਾ ਹਾਂ ਜੋ ਮੈਂ ਤੁਹਾਡਾ ਪ੍ਰੋਡਕਟ ਯੂਜ਼ ਕਰਨ ਦੇ ਸਮੇਂ ਫੇਸ ਕਰ ਰਿਹਾ ਹਾਂ. The problem is the wristwatch is not working properly and shows wrong time. The problem है कि जो wristwatch है चंगी तरह काम नहीं कर रही है तो गलत समा दिखा रही है. The Consumer Right Act makes it an implied term of the contract that goods be as described or satisfactory quality and fit to purpose. कि Consumer Right Act ਦੇ आधार ਤੇ जो कॉन्ट्रैक्ट लिखा जाता है टर्म्स ਤੇ ਉਹ ਇਹ ਹੁੰਦਾ ਹੈ ਕਿ ਜੋ ਗੁੱਡਸ ਹੁੰਦੇ ਜੋ ਚੀਜ਼ਾਂ ਅਸੀਂ ਪਰਚੇਸ ਕਰਦੇ ਹਾਂ ਉਹ ਉਹੋ ਜਿਹੀਆਂ ਹੋਣੀਆਂ ਚਾਹੀਦੀਆਂ ਨੇ ਜਿਵੇਂ ਉਹਨਾਂ ਨੂੰ ਡਿਸਕ੍ਰਾਈਬ ਕੀਤਾ ਜਾਂਦਾ ਹੈ. ਉਹਨਾਂ ਦੀ ਕੁਆਲਿਟੀ ਸੈਟੀਸਫੈਕਟਰੀ ਹੋਣੀ ਚਾਹੀਦੀ ਹੈ ਤੇ ਉਹ ਜਿਸ ਚੀਜ਼ ਲਈ ਬਣੀਆਂ ਨੇ ਉਹ ਪਰਪਸ ਨੂੰ ਫੁੱਲਫਿਲ ਕਰਨ, ਫਿਟ ਰਹਿਣ ਉਸ ਪਰਪਸ ਦੇ ਲਈ. I am sending it back to you so that you can replace it with a new one. ਮੈਂ ਇਹਨੂੰ ਵਾਪਸ ਭੇਜ ਰਿਹਾ ਹਾਂ so that ਤੁਸੀਂ ਇਹਨੂੰ ਨਵੀਂ ਨਾਲ exchange ਕਰ ਦੋ, replace ਕਰ ਦੋ. I would like to request you to confirm you will do this within next 2-3 days. कि मैं ਇਹ ਵੀ ਚਾਹਨਾ ਹਾਂ ਕਿ ਤੁਸੀਂ ਮੈਨੂੰ ਕਨਫਰਮ ਕਰ ਦੋ ਕਿ ਤੁਸੀਂ ਅਗਲੇ 2-3 ਦਿਨ 'ਚ ਇਹ ਕਰ ਦੋਗੇ. I'm looking forward to receiving my new watch within a week. ਤੇ ਇੱਕ ਹਫਤੇ ਦੇ ਵਿੱਚ ਮੈਂ ਉਮੀਦ ਕਰਦਾ ਹਾਂ ਕਿ ਮੈਨੂੰ ਮੇਰੀ ਵਾਚ ਮਿਲ ਜਾਏਗੀ ਨਵੀਂ. Your sincerely, ਤੁਸੀਂ ਆਪਣਾ ਨਾਮ ਇੱਥੇ ਲਿਖ ਦੋਗੇ. And with this ਅਸੀਂ ਆਪਣਾ ਪੂਰਾ ਜੋ ਸੈਂਪਲ ਪੇਪਰ ਹੈ ਇਹ ਚੰਗੀ ਤਰ੍ਹਾਂ ਸਮਝ ਕੇ ਸੋਲਵ कर लिया है. जे वीडियो यूजफुल लगे तो लाइक करना, शेयर करना एंड सब्सक्राइब टू माय चैनल सुक्षम मैम की क्लासेस.